अगर एक शख्स क्रिश्चियन है तो वो मेरे नबी को दज्जाल समझ रहा है, लेकिन मुझे कुरान इजाजत दे रहा है कि मैं उसकी औरत के साथ शादी कर सकता हूँ अगर वो किसी क्रिश्चियन की बेटी है। सूरतुल माइदा की आयत नंबर 5। किस औरत के साथ जो मेरे नबी को दज्जाल समझती है, और अल्लाह मुझे इजाजत दे रहा है कि उनकी औरतों से तुम निकाह कर सकते। Wake up to reality. ਕਲਿੱਪ ਕੱਟ ਕਰਨੇ ਵਾਲੋਂ ਪਰ ਅੱਲਾ ਕੀ ਲਾਨਤ ਹੋ। ਸੋ ਉਹੀ ਗੱਲ ਹੈ ਵੀ ਜੇ ਕਲਿੱਪ ਆਪਾਂ ਛੋਟੀ ਜਿਹੀ ਦੇਖੀਏ ਨਾ ਤਾਂ ਮੈਨੂੰ ਵੀ ਅਜੀਬ ਲੱਗਾ ਕਿ ਯਾਰ ਇਹ ਕੀ ਗੱਲ ਹੋ ਗਈ, ਪਰ ਕੰਟੈਕਸਟ ਸਮਝਣਾ ਪੈਣਾ ਵੀ ਉਹ ਪਿੱਛੇ ਗੱਲ ਕੀ ਚੱਲੀ ਆ ਰਹੀ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਸ ਗੱਲ ਨੂੰ ਕਿਸ ਗੱਲ ਦੇ ਸੰਦਰਭ ਦੇ ਵਿੱਚ ਜਿਹੜੀ ਇਹ ਗੱਲ ਕਹੀ ਹੈ। ਹੋਰ ਮੁਹੱਬਤ ਕੀ ਹੁੰਦੀ ਚੱਲਿਆ ਜੀ ਨੂੰ ਜੀ ਹੁੰਦੀ। ਬੀਤੇ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਇੱਕ ਰੁਝਾਨ ਜਿਹਾ ਸ਼ੁਰੂ ਹੋਇਆ ਹੈ ਕਿ ਕੰਟੈਂਟ ਕ੍ਰੀਏਟਰ ਹੈ ਜਿਹੜੇ ਉਹਨਾਂ ਨੂੰ ਫੜਿਆ ਜਾ ਰਿਹਾ, ਉਹਦਾ ਗੈਂਬਲਿੰਗ ਐਪ ਦੀ ਪ੍ਰਮੋਸ਼ਨ ਕਰਦੇ ਆ ਤਾਂ ਫੜਿਆ ਗਿਆ। ਪਰ ਹੁਣ ਮੇਰੇ ਸਾਹਮਣੇ ਇੱਕ ਖਬਰ ਆਈ ਹੈ ਜਿਹਦੇ ਵਿੱਚ ਲਿਖਿਆ ਕਿ ਅਲੀ ਮਿਰਜ਼ਾ ਵਾਜ਼ ਅਰੈਸਟਡ ਲਾਸਟ ਨਾਈਟ। ਮੈਂ ਕਿਹਾ ਹੈ ਇਹ ਕੀ ਚੱਕਰ ਪੈ ਗਿਆ, ਮਤਲਬ ਉਹਨਾਂ ਨੂੰ ਕਿਉਂ ਅਰੈਸਟ ਕੀਤਾ ਗਿਆ। ਮੈਂ ਇੱਕ ਵੀਡੀਓ ਦੇਖੀ, ਮੈਨੂੰ ਉਹਦੇ 'ਚ ਕੁਝ ਸਮਝ ਜਾ ਨਹੀਂ ਲੱਗਿਆ, ਉਹਨਾਂ ਕੋਲ ਕੋਈ ਰੀਜ਼ਨ ਨਹੀਂ ਸੀਗਾ, ਕਹਿੰਦੇ ਅਰੈਸਟ ਹੋਏ ਆ ਬਟ ਕਿਉਂ ਕੀਤੇ ਗਏ ਆ ਕੁਝ ਪਤਾ ਨਹੀਂ। ਅੱਜ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ, ਮੈਂ ਵੀ ਦੇਖੂੰਗਾ ਤੁਸੀਂ ਵੀ ਦੇਖਿਓ ਐਂਡ ਫਾਈਂਡ ਆਊਟ ਕਰਦੇ ਆ ਕਿ ਕੀ ਰੀਜ਼ਨ ਹੋ ਸਕਦਾ। ਦੇਖੋ ਐਜ਼ ਅ ਨੌਨ ਮੁਸਲਿਮ ਐਂਡ ਇੱਕ ਅਦਰ ਕੰਟਰੀ ਤੋਂ ਮੈਂ ਵੀਡੀਓ ਦੇਖ ਰਿਹਾ, ਠੀਕ ਹੈ, ਮੈਂ ਇੱਕ ਇੰਡੀਅਨ ਆ, ਤਾਂ ਮੈਨੂੰ ਨਹੀਂ ਪਤਾ ਕਿ ਉੱਧਰ ਕੀ ਹਿਸਾਬ ਕਿਤਾਬ ਹੈ, ਕੀ ਚੱਲਣ ਡਿਆ, ਕਿਉਂਕਿ ਆਪਾਂ ਨੂੰ ਇੰਨਾ ਪਤਾ ਕਿ ਇਸਲਾਮ ਦੇ ਵਿੱਚ ਬਹੁਤ ਸਾਰੇ ਜੋ ਫਿਰਕੇ ਬਣੇ ਹੋਏ ਆ ਐਂਡ ਅਲੀ ਮਿਰਜ਼ਾ ਨੂੰ ਬਹੁਤ ਸਾਰੇ ਲੋਕੀ ਟਾਰਗੇਟ ਕਰਦੇ ਆ। ਉਹਨਾਂ ਦੇ ਕਈ ਸਾਰੇ ਮਰਡਰ ਅਟੈਂਪਟਸ ਵੀ ਹੋ ਚੁੱਕੇ ਆ ਤੇ ਉਸ ਤੋਂ ਬਾਅਦ ਵੀ ਕਾਫੀ ਜਣੇ ਲੱਤਾਂ ਖਿੱਚਣ ਵਾਲੇ ਆ, ਤੇ ਉਹ ਤਾਂ ਅਸੀਂ ਬਹੁਤ ਵੱਡੇ ਲੈਵਲ ਤੇ ਦੇਖਿਆ ਹੋਇਆ ਨਾ ਅਸੀਂ ਕਿ ਇਮਰਾਨ ਖਾਨ ਵਰਗੇ ਜੋ ਇੱਕ ਬੰਦਾ PM ਹੈ ਪੂਰੀ ਕੰਟਰੀ ਦਾ, ਜੇਕਰ ਉਹਨੂੰ ਮਤਲਬ ਅੰਦਰ ਕੀਤਾ ਜਾ ਸਕਦਾ ਤਾਂ ਬਈ ਅਲੀ ਮਿਰਜ਼ਾ ਵਰਗੇ ਬੰਦਿਆਂ ਨੂੰ ਤਾਂ ਆਰਾਮ ਨਾਲ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਫਸਾ ਸਕਦੇ ਆ। ਠੀਕ ਹੈ, ਜਿੰਨੀਆਂ ਕਿ ਮੈਂ ਵੀਡੀਓ ਦੇਖੀਆਂ ਮੈਨੂੰ ਕਦੇ ਲੱਗਾ ਨਹੀਂ ਕਿ ਅਲੀ ਮਿਰਜ਼ਾ ਨੇ ਕੋਈ ਗੁਨਾਹ ਕੀਤਾ। ਠੀਕ ਹੈ, ਮਤਲਬ ਉਹ ਬੰਦੇ ਨੇ ਮੇਰੇ ਖਿਆਲ ਕਦੇ ਕੋਈ ਕਿਸੇ ਨੂੰ ਡਾਇਰੈਕਟਲੀ ਇੱਦਾਂ ਟਾਰਗੇਟ ਕੀਤਾ ਹੀ ਨਹੀਂ ਪਰਸਨਲ ਲੈਵਲ ਤੇ ਉਹ ਹਮੇਸ਼ਾ ਤਾਂ ਕਰਦੇ ਆ ਵੀ ਤੁਸੀਂ ਵਹਿਮ ਭਰਮ ਜਿਹੜੇ ਫੈਲਾਉਂਦੇ ਆ ਤੇ ਜਾਂ ਜਿਹੜੇ ਗਲਤ ਚੀਜ਼ਾਂ ਕਰਦੇ ਆ ਧਰਮ ਨੂੰ ਲੈ ਕੇ। ਠੀਕ ਹੈ, ਤੇ ਇਲੀਗਲ ਜਾਣਾ ਤਾਂ ਮੇਰੇ ਖਿਆਲ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ 'ਚ ਆਪਾਂ ਦੇਖਿਆ ਕਿ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਤਾਂ ਅਲੀ ਮਿਰਜ਼ਾ ਦੀ ਜੋ ਟਿੱਪਣੀ ਆਉਂਦੀ ਹੈ, ਕਮੈਂਟ ਆਉਂਦਾ, ਸਟੇਟਮੈਂਟ ਆਉਂਦੀ ਹੈ, ਤਾਂ ਉਹਦੇ ਵਿੱਚ ਹਮੇਸ਼ਾ ਉਹ ਗਾਈਡ ਹੀ ਕਰ ਰਹੇ ਹੁੰਦੇ ਆ ਕਿ ਬਈ ਕਾਨੂੰਨ ਦੇ ਵਿੱਚ ਰਹਿ ਕੇ ਚੀਜ਼ ਕਰੋ ਜਿਹੜੀ ਕਰਨੀ ਹੈ। ਤਾਂ ਮੇਰੇ ਖਿਆਲ ਪਤਾ ਨਹੀਂ ਹੁਣ ਕੀ ਰੀਜ਼ਨ ਬਣਿਆ ਹੋਊਗਾ, ਤੇ ਮੈਂ ਵੀ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ, ਉਹਨਾਂ ਤੋਂ ਬਹੁਤ ਕੁਝ ਸਿੱਖਿਆ ਮੈਂ ਵੀਡੀਓਜ਼ ਦੇ ਜ਼ਰੀਏ। ਸੋ ਮੈਂ ਇੱਕ ਵੀਡੀਓ देखने लगा तो वो आप पता करने की कोशिश करते हैं कि की गलबात हुई है। सो आप देखिए। अस्सलाम वालेकुम जी, इस वक्त आपकी खिदमत में हाजिर होने का मकसद ये है कि इंजीनियर मोहम्मद अली मिर्ज़ा साहब को मुबैना तौर पर गिरफ़्तार कर लिया गया है। दो मुख्तलिफ आरा आ रही हैं इस हवाले से। एक इसके बारे में राय ये है कि इनको नेशनल साइबर क्राइम एजेंसी यानी कि NCCA ने गिरफ़्तार किया है, और दूसरी इसके बारे में राय जो आ रही है वो ये आ रही है कि इनको डिप्टी कमिश्नर के कहने पर गिरफ़्तार किया गया है, और इसके अंदर जो है वो इनको अमन व अमान की सूरत हाल को यानी कि 3 MPO के तहत गिरफ़्तार किया गया, जिसके तहत अमन व अमान की सूरत हाल को बरकरार रखने के लिए इनको गिरफ़्तार किया गया है। अभी जो ताज़ा तरीन इस पे अपडेट्स हैं वो अगर मैं आपको बताऊं तो एक मुबैना तौर पर ख़बर ये भी है कि NCCI ने इनको गिरफ़्तार नहीं किया, तो फिर वो जो DC साहब के अहकामात की वजह से गिरफ़्तार किया गया होगा मुबैना तौर पे। उसी चीज़ को हम सामने रखते हुए गुफ्तगू करते हैं और बात करते हैं। अच्छा, इससे पहले कि मैं चंद वाक़यात आपके सामने रखता हूँ कि असल मामला हुआ क्या। उसमें इंजीनियर मोहम्मद अली मिर्ज़ा साहब ने नबी पाक सल्लल्लाहु अलैहि वसल्लम के हवाले से ईसाई क्या राय रखते हैं, मैं उसको बोलना नहीं चाहता। उसका वो उन्होंने कहा, जब ये कहा तो इसके ऊपर काफ़ी शदीद रद्द अमल आया, जिसके ऊपर हमने देखा कि मुख्तलिफ़ उलमाए कराम, जिसके ऊपर हमने देखा कि मुख्तलिफ़ मजहबी आप कह लीजिए कि जमातों के जो लोग हैं उनकी तरफ से काफ़ी शदीद रद्द अमल आया, और उसमें मौलाना आसिफ अशरफ जलाली साहब उनकी तरफ से एक फ़तवा भी जारी किया गया। जिसके पूरे मंदरात आप अगर उसको पढ़ेंगे तो आपको अंदाज़ा होगा कि उसके अंदर उन्होंने बड़े वाज़ेह तौर पर ये कहा कि मिर्ज़ा मोहम्मद अली इंजीनियर साहब उन्होंने जो कुछ कहा है उसके बाद वो दायरा इस्लाम से खारिज हो गए हैं और वो मुर्तद हो गए हैं और उनको काफर तक ਇਹੋ ਜਿਹਾ ਕੀ ਕਹਿਤਾ ਉਹਨਾਂ ਨੇ ਬਈ, ਇਹੋ ਜਿਹੀ ਕਿਹੜੀ ਸਟੇਟਮੈਂਟ ਸੀ ਜਿਹੜੀ ਮਤਲਬ ਇਸ ਕਦਰ ਤੱਕ ਪਹੁੰਚ ਗਈ ਕਿ ਕਿਸੇ ਦੀ ਸ਼ਿਕਾਇਤ ਤੇ ਉਹਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ। कह दिया। अच्छा, अब इसके ऊपर जो उन्होंने बात की उसके ऊपर ख़ुद भी आके मैंने सुना कि इंजीनियर मोहम्मद अली साहब ने इसकी वजाहत भी दी, इसकी वजाहत के ऊपर एक वीडियो भी बनाई कि उन्होंने जो बात कही थी वो क्यों कही थी, क्या उसका मकसद था। लेकिन हमने ये देखा कि उसके बाद दीगर मजहबी जमातों की जानिब से भी काफ़ी शदीद रद्द अमल आया इस सारी सूरत हाल पर, और काफ़ी ज़्यादा तनकीद का निशाना बनाया गया। इससे पहले भी मोहम्मद अली मिर्ज़ा साहब को 2020 में गिरफ़्तार किया गया था, बाद में उनको जो है वो छोड़ दिया गया था। अब जो जो मैंने अच्छा, पहला भी एक बार इदा हो चुका है।
आपको बताया 3 MPO के तहत अगर आप किसी को गिरफ़्तार करते हैं तो मेरी अभी जो बात हुई लॉयर्स से बाकी लोगों से, तो उनके मुताबिक ये नॉन बेलेबल है, यानी उनकी बेल जो है वो नहीं हो सकती। अच्छा, अब ये गिरफ़्तारी करने के बाद कहा यह जा रहा है कि शायद 3 माह के लिए उनको गिरफ़्तार रखा जाएगा, लेकिन ज़ाहिर है कि इट्स टू अर्ली कि इसके बारे में कुछ प्रेडिक्ट किया जाए या बात की जाए, इसके ऊपर कोई राय दीजिए। मैंने कोशिश की कि मैं जो जेहलम अकेडमी है इंजीनियर मोहम्मद अली मिर्ज़ा साहब की, वहाँ पे रब्ता करूँ। मैंने कॉल भी की लेकिन अनफॉर्चुनेटली रब्ता नहीं हो सका। ज़ाहिर है कि जो सूरत हाल अभी बनी हुई है उसके अंदर ये मुमकिन नज़र नहीं आ रहा कि बात हो सके और सही ख़बर या सही चीज़ जो है वो सामने आ सके। लेकिन ये मैं देख रहा था कि मुख्तलिफ जो मजहबी जमातें हैं उनकी तरफ से बड़ा शदीद रद्द-ए-अमल है। इससे पहले भी इंजीनियर मोहम्मद अली मिर्ज़ा साहब जो गुफ्तगू करते हैं, जो बात करते हैं, उसके ऊपर काफ़ी ज़्यादा शदीद रद्द-ए-अमल आता है मुख्तलिफ मजहबी जमातों का। इस दफ़ा जो उन्होंने बात की है कि ईसाई नबी पाक सल्लल्लाहु अलैहि वसल्लम को क्या समझते हैं, उसके ऊपर ज़्यादा गम व गुस्सा पाया जा रहा है। अच्छा, इसके ऊपर जो मजहबी जमातें हैं उनकी जानिब से 295C लगाने का मुतालबा भी किया जा रहा है, और इसके ऊपर भी जो मैं बयान पढ़ रहा था, जो मैं चीज़ें देख रहा था, उसके ऊपर यही था कि अगर इस तरफ सूरत हाल नहीं जाएगी तो बड़ा शदीद रिएक्शन आएगा। तो जो वीडियो है उनकी वो भी इंटरनेट पर मौजूद है, जिसके ऊपर सारी उन्होंने अपनी वजाहत जारी की है। जिस वीडियो के अंदर उन्होंने ये गुफ्तगू की है उसके बारे में, जिसके बारे में ये कहा रहा है कि नबी पाक सल्लल्लाहु अलैहि वसल्लम की जो नामूस है या उनकी जो इज़्ज़त एहतराम है, उसके ऊपर एक इस तरह की बात आई है इंजीनियर मोहम्मद अली मिर्ज़ा साहब की जानिब से। तो इसके ऊपर उनकी जो गुफ्तगू है वो भी इंटरनेट पर मौजूद है। अगर आप थोड़ा सा जाके देखेंगे तो उसके ऊपर एग्जैक्ट आपको वो मिल जाएगा कि किस तरह से उन्होंने गुफ्तगू की, क्या उनका लुब्बे लुबाब था, क्या वो करना चाहते थे। सारा फैसला इसके ऊपर मजहबी रहनुमा ही कर सकते हैं कि असल जो चीज़ है वो क्या है। मैं देख रहा था कि कोई शामिल ज़हीर साहब का भी कोट कर रहे थे, और कुछ जो हैं वो मौलाना आसिफ अशरफ जलाली साहब, उनके बारे में तो पूरी डिटेल एक मौजूद है ना कि उन्होंने जो फतवा जारी कर दिया जिसके ऊपर उन्होंने सारी बात की और बताया किस तरह से ये आप कह लीजिए कि गुस्ताखी के ज़ुमरे में आता है। अगेन कि कोई सहाफ़ी, कोई यूट्यूब पे काम करने वाला, कोई सोशल मीडिया पे काम करने वाला, वो इसके ऊपर मैं समझता हूँ कि ना तो इस तरह का कोई स्टेटमेंट देनी चाहिए, ना कोई राय इस तरह की देनी चाहिए। मैंने भी कोशिश ये की है कि सिर्फ ख़बर आप तक पहुंचाऊं, सिर्फ जो सूरत हाल है वो आप तक पहुंचाऊं, क्योंकि इन सारी चीज़ों के लिए आपको इतना बाइल्म होना पड़ता है कि आप सारी चीज़ को पहले जानिए, समझिए, रेफरेंस आपके पास। ਅੱਛਾ, ਉਹ ਜਿਹੜੀ ਹੁਣ ਇਸ ਵੀਡੀਓ ਦੀ ਗੱਲ ਕਰਨ ਡੇ ਆ, ਉਹ ਮੈਂ ਤਾਂ ਦੇਖੀ ਨਹੀਂ, ਨਾ ਮੈਨੂੰ ਪਤਾ ਕੀ ਹੋਇਆ, ਪਰ ਜੇਕਰ ਉਹਨਾਂ ਨੇ ਮਤਲਬ ਇੱਕ ਪੂਰੀ ਵੀਡੀਓ ਬਣਾ ਕੇ ਸਾਰੀਆਂ ਚੀਜ਼ਾਂ ਕਲੀਅਰ ਆਊਟ ਕਰ ਦਿੱਤੀਆਂ ਹੋਣਗੀਆਂ ਤਾਂ ਫਿਰ ਤਾਂ ਮੇਰੇ ਖਿਆਲ ਅੰਡਰਸਟੈਂਡ ਹੋ ਜਾਣਾ ਚਾਹੀਦਾ ਸੀ। ਪਰ ਐਡੀ ਕਿਉਂਕਿ 295C ਦੀ ਗੱਲ ਕੀਤੀ ਜਾ ਰਹੀ ਹੈ, ਇਟ ਮੀਨ ਕਿ ਜੋ ਕ੍ਰਿਸਚੀਅਨਸ ਲੋਕ ਆ ਉਹਨਾਂ ਨੂੰ ਉਹ ਚੀਜ਼ ਆਹਤ ਹੋਈ ਹੋਣੀ ਹੈ ਨਾ, ਤੇ ਜਾਂ ਵੀਡੀਓ ਕੀ ਹੈ ਯਾਰ, ਵੀਡੀਓ ਦੇਖਣ ਤੋਂ ਬਾਅਦ ਹੀ ਮੈਨੂੰ ਪਤਾ ਲੱਗਣਾ। ਸੋ आई विल ट्राई कि मैं इस तो बाद ਜਿਹੜੀ ਉਹ ਵੀਡੀਓ ਦੇਖਾਂ। मौजूद हो हमारे यहाँ पे अनफॉर्चुनेटली ये होता है कि हम एक वो देखते हैं क्या उसे कहते हैं कि कोई ख़बर देखते हैं, उसके बाद अपनी मर्ज़ी का उसको वो सारा करके मतलब बना के उसका जो है वो पेश कर देते हैं, जिसकी वजह से ज़्यादा सूरत हाल। तो मैं यही कहूँगा कि सारे मामले के अंदर ज़ाहिर के इदारे भी इसको देख रहे हैं, जो रेलेवेंट इदारे हैं ਹਾਂ ਉਹ ਤਾਂ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਫੇਰ ਹੀ ਇੱਕ ਜਿਹੜਾ ਨਿਆਂ ਲਿਆ ਜਾਊਗਾ ਕਿ ਹਾਂ ਵੀ ਉਹ ਕਿੰਨੇ ਕੁ ਗਿਲਟੀ ਹੈ ਜਾਂ ਨਹੀਂ ਹੈ ਨਾ। ਤਾਂ ਅੱਛਾ, ਇੱਕ ਵੀਡੀਓ ਤਾਂ ਮੇਰੇ ਸਾਹਮਣੇ ਆਈ ਹੈ, ਮੇ ਬੀ ਸ਼ਾਇਦ ਇਹੀ ਉਹ ਵੀਡੀਓ ਹੈ, ਦੇਖੋ। अगर एक शख्स क्रिश्चियन है तो वो मेरे नबी को दज्जाल समझ रहा है, लेकिन मुझे कुरान इजाजत दे रहा है कि मैं उसकी औरत के साथ शादी कर सकता हूँ अगर वो किसी क्रिश्चियन की बेटी है। सूरतुल मायदा की आयत नंबर 5, किस औरत के साथ जो मेरे नबी को दज्जाल समझती है, और अल्लाह मुझे इजाजत दे रहा है कि उनकी औरतों से तुम निकाह कर सकते। Wake up to reality. 27 साल ईसाई रहा, अल्लाह सुब्हानहू तआला ने उसके बाद मुझे इस्लाम कबूल करने की तौफीक अता फरमाई, लेकिन अपने 27 साल के जो मेरा ईसाइयत का ज़माना है, ना ये बात कभी हमने कही, ना हमने अपने प्रीच से कभी ये बात सुनी, ना ही हमने अपने जो मजहबी लिटरेचर है हमारा, ना ही हमने कभी उसमें बात पढ़ी। मोहम्मद अली मिर्जा साहब उन्होंने कहा कि जो अहले किताब है वो हजूर को दज्जाल कहते हैं। तो मैंने कहा जी हम नहीं कहते। मैंने आज तक अपनी जिंदगी में किसी मसीही किताब में किसी मसीही शख्स को, किसी उस्ताद को, किसी को भी ऐसी कोई बात कहते हुए नहीं। मेरी बुजुर्गी पे लानत हो, बस एडी कुछ जनाब इल्मी किताबी ते ਓਹ ਇਹ ਕਾਫੀ ਬੋਲਡ ਸਟੇਟਮੈਂਟ ਹੋ ਗਈ ਅਲੀ ਮਿਰਜ਼ਾ ਸਾਹਿਬ ਦੇ ਦੁਆਰਾ, ਤੇ ਉਹ ਕਾਫੀ ਤਾਂ ਕੰਮ। ਅੱਛਾ, ਆਈ ਡੋਂਟ ਨੋ ਕਿ ਇਹਦੇ ਤੇ ਕੀ ਕਹਿਣਾ ਚਾਹੀਦਾ ਮੈਨੂੰ। ਕੁਝ ਲੋਕਾਂ ਦੇ ਜਿਹੜੇ ਕਮੈਂਟਸ ਹੈ
फिर क्यों नहीं मानते हमारे नबी को? अगर सच्चा समझते हो भाइयों, दज्जाल का मतलब झूठा होता है। अगर ईसाई सच्चा समझते हैं तो क्यों नहीं मानते? ਅੱਛਾ, ਹੁਣ ਇਹ ਕੰਟੈਕਸਟ ਸਮਝਣਾ ਪੈਣਾ ਹੈ ਕਿ ਅਲੀ ਮਿਰਜ਼ਾ ਨੇ ਕਿਹੜੇ ਕੰਟੈਕਸਟ ਦੇ ਵਿੱਚ ਜਿਹੜੀ ਉਹ ਗੱਲ ਕੀਤੀ, ਕਿਉਂਕਿ ਇਹ ਆਪਾਂ ਛੋਟੀ ਜਿਹੀ ਕਲਿੱਪ ਦੇਖੀ ਹੈ ਐਂਡ ਮੈਂ ਕੋਈ ਮਤਲਬ ਇੱਦਾਂ ਨਹੀਂ ਕਿ ਮੈਂ ਅੱਖਾਂ ਬੰਦ ਕਰਕੇ ਡਿਫੈਂਡ ਕਰ ਰਿਹਾ। ਗੱਲ ਇਹ ਹੈ ਕਿ ਕੋਈ ਵੀ ਚੀਜ਼ ਹੋਵੇ, ਮੈਂ ਖੁਦ ਪੋਡਕਾਸਟ ਕਰਦਾ ਆਪਣੇ ਦੂਜੇ ਚੈਨਲਸ ਦੇ ਵਿੱਚ। ਉਹ ਦੇਖੋ ਜਿਵੇਂ ਕਿਸੇ ਦਾ ਕਮੈਂਟ ਆਇਆ, ਕਲਿੱਪ ਕੱਟ ਕਰਨੇ ਵਾਲੋਂ ਪਰ ਅੱਲਾ ਕੀ ਲਾਨਤ ਹੋ। ਸੋ ਉਹੀ ਗੱਲ ਹੈ ਵੀ ਜੇ ਕਲਿੱਪ ਆਪਾਂ ਛੋਟੀ ਜਿਹੀ ਦੇਖੀਏ ਨਾ ਤਾਂ ਮੈਨੂੰ ਵੀ ਅਜੀਬ ਲੱਗਾ ਕਿ ਯਾਰ ਇਹ ਕੀ ਗੱਲ ਹੋ ਗਈ, ਪਰ ਕੰਟੈਕਸਟ ਸਮਝਣਾ ਪੈਣਾ ਵੀ ਉਹ ਪਿੱਛੇ ਗੱਲ ਕੀ ਚੱਲੀ ਆ ਰਹੀ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਸ ਗੱਲ ਨੂੰ, ਉਹ ਕਿਸ ਗੱਲ ਦੇ ਸੰਦਰਭ ਦੇ ਵਿੱਚ ਜਿਹੜੀ ਇਹ ਗੱਲ ਕਹੀ ਹੈ। ਐਂਡ ਮੇਰੇ ਖਿਆਲ ਇਹਨਾਂ ਨੇ ਕੋਟ ਹੀ ਕੀਤੀ ਹੈ ਕਿਸੇ ਬੁੱਕ ਦੀ ਜਾਂ ਹੈ ਨਾ ਜੋ ਵੀ ਹੈ ਵਟਐਵਰ, ਉਹ ਹੋ ਸਕਦਾ ਇਹਨਾਂ ਨੇ ਕਿਤੇ ਪੜ੍ਹਿਆ ਹੋਵੇ। ਤੇ ਦੇਖੋ ਕੱਲੀ ਕਲਿੱਪ ਸੁਣੀ ਤਾਂ ਮੈਨੂੰ ਵੀ ਬੜਾ ਅਟਪਟਾ ਜਿਹਾ ਲੱਗਾ ਕਿ ਇਹ ਕੀ ਮਤਲਬ ਬਣਿਆ ਹੈ ਨਾ ਵੀ ਵਾਈ ਹੀ ਸੇਇੰਗ ਦੈਟ। ਬਟ ਅੱਗੇ ਦੇਖੋ ਹੁਣ ਕੀ ਹੁੰਦਾ, ਪੂਰੀ ਇਨਵੈਸਟੀਗੇਸ਼ਨ ਹੋਏਗੀ ਪ੍ਰੋਪਰ ਹੈ ਨਾ, ਸਭ ਕੁਝ ਪਤਾ ਚੱਲ ਜਾਏਗਾ ਹੌਲੀ ਹੌਲੀ। ਐਂਡ ਜੇਕਰ ਉਹਨਾਂ ਨੇ ਇਹਦੇ ਤੇ ਦੇਖੋ ਉਹਨਾਂ ਨੇ ਦੱਸ ਵੀ ਦਿੱਤਾ ਹੋਣਾ ਕਿ ਕਿਹੜੀ, ਆਪਾਂ ਉਹ ਵੀ ਵੀਡੀਓ ਦੇਖ ਹੀ ਲੈਂਦੇ ਹਾਂ ਰੁਕੋ। ਅੱਛਾ, ਮੈਂ ਉਹ ਵੀਡੀਓ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਨੂੰ ਵੀਡੀਓ ਲੱਭੀ ਨਹੀਂ ਸੀ। ਇਹਦੇ ਵਿੱਚ ਅਲੀ ਮਿਰਜ਼ਾ ਨੇ ਜੋ ਸਟੇਟਮੈਂਟ ਦੀ ਕਲੈਰੀਫਿਕੇਸ਼ਨ ਦਿੱਤੀ ਹੋਵੇ ਕਿ ਉਹਨਾਂ ਨੇ ਇੱਦਾਂ ਕਿਉਂ ਕਿਹਾ। ਜੇ ਤੁਹਾਡੇ ਕੋਲ ਵੀਡੀਓ ਹੈ ਤਾਂ ਮੈਨੂੰ ਤੁਸੀਂ ਦੱਸਿਓ, ਕਿਉਂਕਿ ਮੈਂ ਇਸ ਟਾਈਮ ਸ਼ੂਟ ਕਰ ਰਿਹਾ ਸੀ ਤਾਂ ਮੈਂ ਕਾਲੀ ਲੱਭ ਰਿਹਾ। ਪਰ ਦੇਖੋ ਜਿਹੜੀ ਇਹ ਗੱਲ ਆ ਕਾਫੀ ਗੰਭੀਰ ਹੈ ਇਹ ਵਿਸ਼ਾ ਹੈ ਨਾ, ਪਰ ਦੇਖੋ ਕੋਈ ਗੱਲ ਨਹੀਂ, ਸੌਰਟ ਆਊਟ ਹੋ ਜਾਏਗਾ। ਐਂਡ ਇਹਦੇ ਵਿੱਚ ਉਹਨਾਂ ਨੇ ਕਿਉਂ ਇਹ ਗੱਲ ਕਹੀ ਤਾਂ ਮੈਂ ਇਸ ਵੀਡੀਓ ਤੋਂ ਬਾਅਦ, ਸ਼ੂਟ ਕਰਨ ਤੋਂ ਬਾਅਦ ਮੈਂ ਵੀ ਉਹ ਦੇਖਦਾ। ਐਂਡ ਜੇ ਤੁਹਾਡੇ ਕੋਲ ਵੀਡੀਓ ਹੈ ਤਾਂ ਤੁਸੀਂ ਮੈਨੂੰ ਥੱਲੇ ਕਮੈਂਟ ਦੇ ਵਿੱਚ ਜ਼ਰੂਰ ਭੇਜਿਓ। ਐਂਡ ਬਾਕੀ ਦੇਖਦੇ ਹਾਂ ਅੱਗੇ ਕੀ ਹੁੰਦਾ। ਸੋ ਤੁਹਾਨੂੰ ਕੀ ਲੱਗਦਾ ਕਿ ਅਲੀ ਮਿਰਜ਼ਾ ਸਾਹਿਬ ਨੇ ਕਿਸ ਕੰਟੈਕਸਟ ਦੇ ਵਿੱਚ ਉਹ ਗੱਲ ਕਹੀ ਸੀ? ਆਈ ਥਿੰਕ ਕਿਸੇ ਪੋਡਕਾਸਟ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿਸੇ ਦੌਰਾਨ, ਕਿਸੇ ਨਾਲ ਪੋਡਕਾਸਟ ਕਰਦੇ ਹੋਏ। ਸੋ ਤੁਸੀਂ ਮੈਨੂੰ ਉਹ ਪੋਡਕਾਸਟ ਦਾ ਲਿੰਕ ਵੀ ਜਿਹੜਾ ਭੇਜ ਸਕਦੇ ਹੋ। ਸੋ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ। ਟਿਲ ਦੈਨ ਮੇਕ ਸ਼ੋਰ ਯੂ ਹਿਟ ਦੈਟ ਸਬਸਕ੍ਰਾਈਬ। ਪੰਜਾਬੀ ਰੀਅਲ ਟੀਵੀ।